हाँ जी, गुड ਈਵਨਿੰਗ जी ਸਾਰਿਆਂ ਨੂੰ। ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਵੇਂ ਹੋ ਜੀ ਸਾਰੇ? ਮੈਂ ਉਮੀਦ ਕਰਦੀ ਹਾਂ ਕਿ ਸਾਰੇ ਬਹੁਤ ਵਧੀਆ ਹੋਣਗੇ ਤੇ NTT ਐਗਜ਼ਾਮ ਦੀ ਤਿਆਰੀ ਕਰ ਰਹੇ ਹੋਣਗੇ। ਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੋ ਸਬਸਕ੍ਰਾਈਬ ਕਰਿਓ ਤੇ ਟੈਲੀਗ੍ਰਾਮ ਲਿੰਕ ਜ਼ਰੂਰ ਜੁਆਇਨ ਕਰਿਓ, ਕਿਉਂਕਿ ਆਪਾਂ MCQs ਦੀ ਡੇਲੀ ਸੀਰੀਜ਼ ਜਿਹੜੀ ਹੈ ਚਲਾ ਰਹੇ ਹਾਂ। ਠੀਕ ਹੈ, ਲਾਈਕ ਸ਼ੇਅਰ ਕਰ ਹੀ ਦਿਓ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ। ਠੀਕ ਹੈ, ਤਾਂ ਕੱਲ੍ਹ ਆਪਾਂ ਬੁੱਧੀ ਬਾਰੇ ਪੜ੍ਹਿਆ ਸੀ। ਉਸ ਤੋਂ ਪਹਿਲਾਂ ਵੈਕਸੀਨੇਸ਼ਨ ਅਤੇ ਪੋਕਸੋ ਐਕਟ, ਇਹਨਾਂ ਦਾ ਤੁਹਾਨੂੰ ਇਹਨਾਂ ਦੀ ਵੀਡੀਓ ਜਿਹੜੀ ਹੈ ਆਪਣੇ ਚੈਨਲ 'ਤੇ ਅਪਲੋਡ ਹੋ ਚੁੱਕੀ ਹੈ ਅਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਵੀ ਦਿੱਤਾ ਹੈ, ਤਾਂ ਉਹਦੇ ਲਈ ਥੈਂਕ ਯੂ ਸੋ ਮੱਚ। ਅਤੇ ਤੁਸੀਂ ਉਹ ਵੀਡੀਓ ਜ਼ਰੂਰ ਦੇਖਿਓ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਦੇਖੀ ਤਾਂ। ਠੀਕ ਹੈ ਜੀ, ਕੱਲ੍ਹ ਇੱਕ ਕੁਐਸਚਨ 'ਚ ਕਾਫੀ ਜ਼ਿਆਦਾ ਡਾਊਟ ਹੋ ਗਿਆ ਸੀ। ਜਿਹੜਾ ਆਪਾਂ ਕੱਲ੍ਹ ਕੁਐਸਚਨ ਕੀਤਾ ਸੀ ਫਸਟ, ਉਹਦਾ ਮੈਂ ਤੁਹਾਨੂੰ ਬਾਅਦ 'ਚ ਟੈਲੀਗ੍ਰਾਮ 'ਤੇ ਵੀ ਅਤੇ ਪਿੰਨ ਕਰਕੇ ਵੀ ਕਮੈਂਟ 'ਚ ਕਹਿਤਾ ਸੀ। ਠੀਕ ਹੈ, ਇੱਕ ਵਾਰੀ ਕੁਐਸਚਨ ਨੂੰ ਆਪਾਂ ਦੁਬਾਰਾ ਦੇਖਦੇ ਹਾਂ। ਠੀਕ ਹੈ, ਕੀ ਐਕਚੁਅਲੀ 'ਚ ਇਹ ਸੀ? ਬਹੁਪੱਖੀ ਬੁੱਧੀ ਸਿਧਾਂਤ ਦਾ ਪ੍ਰਤੀਪਾਦਕ ਕੌਣ ਹੈ? ਠੀਕ ਹੈ, ਅੱਜ ਆਪਾਂ ਟੋਟਲ ਆਈ ਥਿੰਕ 20 to 25 ਕੁਐਸਚਨਸ ਆਪਾਂ ਜਿਹੜੇ ਹੈ ਅੱਜ ਡਿਸਕਸ ਕਰਨ ਜਾ ਰਹੇ ਹਾਂ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ CDP, ਜੋ 60 ਮਾਰਕਸ ਦੀ ਹੈ, ਜਿਹਦੇ ਵਿੱਚ ਪੋਲਿਸੀਜ਼ ਐਂਡ ਪ੍ਰੋਗਰਾਮਸ, CDP ਅਤੇ ਕਰੀਕੂਲਮ ਸਾਰੇ ਸੈਕਸ਼ਨਸ ਕਵਰ ਕੀਤੇ ਜਾ ਰਹੇ ਹੈ। ਠੀਕ ਹੈ, ਸੋ ਇਹ ਫਸਟ ਕੁਐਸਚਨ ਦੇਖੋ, ਉਹ ਕਹਿੰਦੇ ਬਹੁਪੱਖੀ ਬੁੱਧੀ ਸਿਧਾਂਤ। ਐਕਚੁਅਲੀ 'ਚ ਇਹ ਦੋ ਸੀਗੇ। ਦੇਖੋ, ਕੱਲ੍ਹ ਮੈਂ ਤੁਹਾਨੂੰ ਸਮਝਾਇਆ ਸੀ, ਇੱਕ ਸੀ ਥੌਰਨਡਾਈਕ, ਐਡਵਰਡ ਲੀ ਥੌਰਨਡਾਈਕ। ਆਪਾਂ ਇਹ ਪੜ੍ਹਿਆ ਵੀ ਸੀ ਕੱਲ੍ਹ ਜਦੋਂ ਮੈਂ ਤੁਹਾਨੂੰ ਪੂਰੀ ਥਿਊਰੀ ਕਰਵਾਈ ਹੈ, ਪੂਰਾ ਚੈਪਟਰ ਕਰਵਾਇਆ ਬੁੱਧੀ ਵਾਲਾ। ਜੇ ਹਾਲੇ ਤੱਕ ਤੁਸੀਂ ਨਹੀਂ ਦੇਖਿਆ ਤਾਂ ਪ੍ਰੀਵੀਅਸ ਵੀਡੀਓ ਸੈਸ਼ਨ 14th ਕਲਾਸ 14th ਦੇਖ ਲਿਓ। ਅੱਜ ਆਪਣੀ ਕਲਾਸ 15 ਹੈ। ਜੇਕਰ ਤੁਸੀਂ ਪਹਿਲਾਂ 14 ਕਲਾਸਾਂ ਨਹੀਂ ਦੇਖੀਆਂ ਤਾਂ ਜ਼ਰੂਰ ਦੇਖਿਓ, ਕਿਉਂਕਿ ਬਹੁਤ ਇੰਪੋਰਟੈਂਟ ਹੈ ਅਤੇ ਉਹਦੇ ਵਿੱਚੋਂ ਕਾਫੀ ਕੁਐਸਚਨਸ ਤੁਹਾਨੂੰ ਪੇਪਰ 'ਚ ਮਿਲ ਜਾਣਗੇ, ਥੋੜ੍ਹੇ ਨੰਬਰ ਪੱਕੇ ਹੋ ਜਾਣਗੇ ਬੇਸਿਕਲੀ। ਠੀਕ ਹੈ, ਜੋ ਥੌਰਨਡਾਈਕ ਹੈ ਉਹਨਾਂ ਨੇ ਦਿੱਤੀ ਸੀ MF ਥਿਊਰੀ, ਮਲਟੀ ਫੈਕਟਰ, ਜਿਹਨੂੰ ਕਹਿੰਦੇ ਬਹੁਕਾਰਕੀ। ਮੈਂ ਤੁਹਾਨੂੰ ਥੌਰਨਡਾਈਕ ਕਿਤੇ ਤੇ ਸਹੀ ਕਰਵਾਤਾ ਸੀ, ਬਟ ਇਹ ਹਾਵਰਡ ਗਾਰਡਨਰ ਨੇ ਦਿੱਤੀ ਸੀ ਮਲਟੀ ਡਾਇਮੈਂਸ਼ਨਲ। ਆਪਾਂ ਕੱਲ੍ਹ ਡਿਸਕਸ ਵੀ ਕੀਤਾ ਸੀ ਨਾ, ਮਲਟੀ ਡਾਇਮੈਂਸ਼ਨਲ ਜਾਂ ਮਲਟੀਪਲ ਇੰਟੈਲੀਜੈਂਸ ਥਿਊਰੀ, ਇਹਨੂੰ ਬੋਲਦੇ ਆ MI, ਮਲਟੀਪਲ ਇੰਟੈਲੀਜੈਂਸ ਥਿਊਰੀ, ਜੋ ਹਾਵਰਡ ਗਾਰਡਨਰ ਨੇ ਦਿੱਤੀ ਸੀ 1983 ਦੇ ਵਿੱਚ। ਠੀਕ ਹੈ, ਫਰੇਮਸ ਆਫ ਮਾਈਂਡ ਜਿਨ੍ਹਾਂ ਦੀ ਬੁੱਕ ਹੈ, ਅਤੇ ਉਹਨਾਂ ਦੀ ਬੁੱਕ ਦੇ ਵਿੱਚ ਉਹਨਾਂ ਨੇ ਇਹ ਸਿਧਾਂਤ ਪੇਸ਼ ਕੀਤੇ ਸੀ। ਤਾਂ ਇਹਦਾ ਆਨਸਰ ਆਊਗਾ D, ਨਨ ਆਫ ਦੀ ਅਬਵ, ਕਿਉਂਕਿ ਹਾਵਰਡ ਗਾਰਡਨਰ ਨੇ ਦਿੱਤੀ ਸੀ ਇਹ, EL ਥੌਰਨਡਾਈਕ ਨੇ ਬਹੁਕਾਰਕੀ ਸਿਧਾਂਤ ਦਿੱਤਾ ਸੀ। ਸੋ ਇਹਨਾਂ ਵਿੱਚ ਫਰਕ ਆ ਜਾਣਾ ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ। ਬਹੁਕਾਰਕੀ ਸਿਧਾਂਤ EL ਥੌਰਨਡਾਈਕ ਨੇ ਦਿੱਤਾ ਸੀ, ਮਲਟੀਪਲ ਇੰਟੈਲੀਜੈਂਸ ਥਿਊਰੀ ਜੋ ਦਿੱਤੀ ਸੀ ਹਾਵਰਡ ਗਾਰਡਨਰ ਨੇ ਦਿੱਤੀ ਸੀ, ਜਿਨ੍ਹਾਂ ਨੇ 8 ਬੇਸਿਕਲੀ ਮਤਲਬ ਬੁੱਧੀ ਦੇ ਪ੍ਰਕਾਰ ਦੱਸੇ ਸੀ। NCERT ਵੀ 8 ਹੀ ਮੰਨਦੀ ਹੈ, ਪਰ ਹਜੇ ਤੱਕ 7 ਹੀ ਚੱਲਦੇ। ਠੀਕ ਹੈ, ਅੱਜ ਦੇ ਸੈਸ਼ਨ ਦਾ ਆਪਾਂ ਫਸਟ ਕੁਐਸਚਨ ਸਟਾਰਟ ਕਰ ਰਹੇ ਹਾਂ। ਅਗਰ ਤੁਹਾਨੂੰ ਹਾਲੇ ਤੱਕ ਵੀ ਕੋਈ ਡਾਊਟ ਰਹਿੰਦਾ ਨਾ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ, ਅਤੇ ਤੁਸੀਂ ਆਪਣੇ ਮਾਰਕਸ ਦੱਸਿਆ ਕਰੋ। ਅੱਜ ਵਾਲੇ ਸੈਸ਼ਨ ਦੇ ਮੈਂ ਚਾਹੁੰਦੀ ਹਾਂ ਕਾਫੀ ਕਮੈਂਟ ਆਉਣ, ਕਿਉਂਕਿ ਦੇਖਦੇ ਤੁਸੀਂ ਬਹੁਤ ਜਾਣੇ ਹੋ ਪਰ ਤੁਸੀਂ ਕਮੈਂਟ ਹੀ ਨਹੀਂ ਕਰਦੇ। ਠੀਕ ਹੈ, ਤਾਂ ਮੈਂ ਇਹ ਚਾਹੁੰਦੀ ਹਾਂ ਵੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਕਿੰਨੇ ਮਾਰਕਸ ਆਏ। ਤੁਸੀਂ ਆਪਦਾ ਇਵੈਲੂਏਸ਼ਨ ਕਰੋ, ਕਿਉਂਕਿ ਹੁਣ ਟਾਈਮ ਬਿਲਕੁਲ ਹੈ ਨਹੀਂ। ਠੀਕ ਹੈ, ਸੋ ਅੱਜ ਕਲਾਸ 15 ਹੈ, ਆਪਾਂ ਟਿਲ ਦਾ ਐਗਜ਼ਾਮ ਕਲਾਸ ਨੂੰ ਕੰਟੀਨਿਊ ਕਰਾਂਗੇ। ਠੀਕ ਹੈ, ਫਿਰ ਆਪਾਂ DSSB ਦੀ ਤਿਆਰੀ, CTET ਵੀ ਆਉਣ ਵਾਲਾ ਉਹਦੀ ਤਿਆਰੀ ਕਰਵਾਵਾਂਗੇ, ਜਿਹੜੇ ਵੀ ਟੀਚਿੰਗ ਐਗਜ਼ਾਮਸ ਫਰਦਰ। ਠੀਕ ਹੈ, DSSB ਐਗਜ਼ਾਮ ਦੀ ਤੁਹਾਨੂੰ ਪਤਾ ਫਾਰਮ ਭਰੇ ਜਾ ਰਹੇ ਹੈ, ਅਤੇ ਉਸ ਤੋਂ ਬਾਅਦ CTET ਵੀ ਆਉਣ ਦੇ ਪੂਰੇ ਚਾਂਸ ਹੈ। 20 ਜੂਨ ਨੂੰ ਸ਼ਾਇਦ ਉਹਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ, ਬਾਕੀ ਦੇਖੋ। ਠੀਕ ਹੈ, ਫਸਟ ਕੁਐਸਚਨ ਹੈ CCE ਕੀ ਹੁੰਦਾ ਹੈ? ਵਟ ਇਜ਼ CCE? CCE ਦੀ ਫੁੱਲ ਫਾਰਮ ਦੱਸੋ। ਇਹ ਤੁਸੀਂ ਸਭ ਨੇ ਆਪਣੇ ਕੋਰਸਿਸ ਦੇ ਵਿੱਚ ਪੜ੍ਹੀ ਹੋਈ ਆ। ਕੰਟੀਨਿਊਸ ਐਂਡ ਕ੍ਰਿਟੀਕਲ ਇਵੈਲੂਏਸ਼ਨ, ਨੋ। ਕੰਪਰੀਹੈਂਸਿਵ ਐਂਡ ਕੰਟੀਨਿਊਸ ਇਵੈਲੂਏਸ਼ਨ, ਕੰਪਰੀਹੈਂਸਿਵ ਐਂਡ ਕੰਟੀਨਿਊਸ ਐਗਜ਼ਾਮੀਨੇਸ਼ਨ, ਜਾਂ ਫਿਰ ਕ੍ਰਿਟੀਕਲ ਐਂਡ ਕੰਟੀਨਿਊਸ ਐਗਜ਼ਾਮੀਨੇਸ਼ਨ। ਇਹਦਾ ਕੀ ਹੁੰਦਾ CCE ਦਾ? ਕੰਟੀਨਿਊਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ। ਠੀਕ ਹੈ, ਇਹਦਾ ਕੀ ਮਤਲਬ ਹੁੰਦਾ ਹੈ? ਕੀ ਮਤਲਬ ਹੁੰਦਾ ਇਹਦਾ? CCE ਦਾ ਮਤਲਬ ਕੀ ਹੁੰਦਾ ਹੈ? ਕੰਪਰੀਹੈਂਸਿਵ ਮੀਨਸ ਬਹੁਤ ਹੀ ਵਿਆਪਕ ਪੱਧਰ 'ਤੇ, ਅਤੇ ਕੰਟੀਨਿਊਸ ਮਤਲਬ ਹਰ ਰੋਜ਼। ਐਵੇਂ ਨਹੀਂ ਕਿ ਬੱਚੇ ਦੇ ਦਿਮਾਗ 'ਤੇ ਬੋਝ ਪਾਤਾ ਤੁਸੀਂ ਕਿ ਹਾਂ ਤੇਰੇ ਸੈਪਟੈਂਬਰ 'ਚ ਪੇਪਰ ਹੈ, ਫਿਰ 3 ਮਹੀਨਿਆਂ ਬਾਅਦ ਪੇਪਰ ਹੈ, ਆਏ ਨਹੀਂ। ਠੀਕ ਹੈ, ਡੇਲੀ ਬੇਸਿਸ 'ਤੇ ਬੱਚੇ ਨੂੰ ਚੈੱਕ ਕਰਨਾ, ਬੱਚੇ ਦੀ ਪ੍ਰੋਗਰੈਸ ਰਿਪੋਰਟ ਲਿਖਣੀ, ਬੱਚਾ ਕਿੰਨਾ ਪ੍ਰੋਗਰੈਸ ਕਰ ਰਿਹਾ, ਬੱਚਾ ਕਿੰਨਾ ਸਿੱਖ ਰਿਹਾ, ਉਹਦਾ ਡਾਇਗਨੋਸ ਕਰਨਾ। ਜਿਵੇਂ ਇੱਕ ਡਾਕਟਰ ਹੈ ਨਾ,
ਉਹ ਮਤਲਬ ਜਿਹੜੇ ਪੇਸ਼ੈਂਟ ਹੁੰਦਾ ਉਹਨੂੰ ਡਾਇਗਨੋਸ ਕਰਦਾ ਵੀ ਐਕਚੁਅਲੀ 'ਚ ਪ੍ਰੋਬਲਮ ਕੀ ਹੈ, ਫਿਰ ਪ੍ਰੋਬਲਮ ਜਾਣ ਕੇ ਉਹਨੂੰ ਰੈਮੇਡੀ ਦਿੰਦਾ, ਉਹਨੂੰ ਦਵਾਈ ਦਿੰਦਾ ਵੀ ਹਾਂ ਵੀ ਤੇਰਾ ਗਲਾ ਖਰਾਬ ਹੈ ਅਤੇ ਤੈਨੂੰ ਆਹ ਵਾਲੀ ਦਵਾਈ ਹੈ, ਠੀਕ ਹੈ। ਹੁਣ ਉਸੇ ਤਰ੍ਹਾਂ ਹੀ ਟੀਚਰ ਦਾ ਰੋਲ ਹੈ ਕਿ ਜੋ ਟੀਚਰ ਹੈ ਉਹ ਪਹਿਲਾਂ ਜਾਣੇਗਾ ਵੀ ਬੱਚੇ ਦਾ ਕੀ ਕਾਰਨ ਹੈ, ਮਤਲਬ ਬੱਚਾ ਜੇ ਪਛੜ ਰਿਹਾ ਤਾਂ ਕੀ ਰੀਜ਼ਨ ਹੈ, ਫਿਰ ਉਹਨੂੰ ਉਸ ਤਰ੍ਹਾਂ ਦਵਾਈ ਦਊਗਾ, ਰੈਮੇਡੀ ਕਰੂਗਾ, ਰੈਮੇਡੀਅਲ ਟੀਚਿੰਗ ਕਰੂਗਾ, ਠੀਕ ਹੈ। ਸੋ ਸੀ ਹੁੰਦਾ ਕੰਪਰੀਹੈਂਸਿਵ। ਕੰਪਰੀਹੈਂਸਿਵ ਮੀਨਸ ਸਿਰਫ ਪੜ੍ਹਾਈ ਲਿਖਾਈ ਨਹੀਂ ਇਹਦੇ ਵਿੱਚ ਆਉਣੀ ਚਾਹੀਦੀ, ਬੱਚੇ ਦਾ ਆਰਟਸ 'ਚ ਕਿੰਨਾ ਕੁ ਇੰਟਰਸਟ ਹੈ, ਬੱਚਾ ਬਾਕੀ ਫੀਲਡਸ ਦੇ ਵਿੱਚ ਕਿੰਨਾ ਕੁ ਵਧੀਆ ਕਰ ਰਿਹਾ, ਠੀਕ ਹੈ। ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਬੱਚੇ ਹੀ ਪੜ੍ਹਾਈ ਲਿਖਾਈ ਦੇ ਵਿੱਚ 100% ਜਾਂ 90% ਸਕੋਰ ਕਰ ਸਕਣ, ਜ਼ਰੂਰੀ ਨਹੀਂ ਹੈ, ਠੀਕ ਹੈ ਜੀ। ਤਾਂ ਇਹ ਜ਼ਰੂਰੀ ਬਿਲਕੁਲ ਵੀ ਨਹੀਂ ਹੈ ਕਿ ਸਾਰੇ ਜਣੇ ਜਿਹੜੇ ਹੈ 100% ਸਕੋਰ ਕਰ ਸਕਣ। ਤਾਂ ਫਿਰ ਇਹੀ ਹੈ ਕਿ ਕੰਟੀਨਿਊਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ। ਸੈਕਿੰਡ ਹੈ ਜੈਂਡਰ। ਇੱਕ ਲਿੰਗ ਕੀ ਹੈ? ਸਮਾਜਿਕ ਘੜਤ, ਭਾਵਨਾਤਮਕ ਘੜਤ ਆਏਗਾ, ਭਾਵਨਾਤਮਕ ਘੜਤ, ਮਨੋਵਿਗਿਆਨਿਕ ਘੜਤ ਜਾਂ ਸਰੀਰਕ ਕਿਰਿਆਤਮਕ ਘੜਤ। ਤਾਂ ਇਹ ਕੀ ਹੈ ਜੀ? ਜੈਂਡਰ। ਜੋ ਜੈਂਡਰ ਹੁੰਦਾ ਹੈ ਉਹ ਸੋਸ਼ਲ ਕੰਸਟਰਕਟ ਹੁੰਦਾ। ਦੇਖੋ ਜਿਹੜਾ ਜੈਂਡਰ ਹੈ ਉਹ ਸੋਸ਼ਲ ਹੁੰਦਾ ਕਿ ਆਪ ਨੂੰ ਸਮਾਜ ਨੇ ਉਹ ਰੀਤੀ ਰਿਵਾਜ ਦਿੱਤੇ ਆ, ਨਾ ਕਿ ਆਪਾਂ ਖੁਦ ਬਣਾਏ ਆ, ਠੀਕ ਹੈ। ਵੀ ਮਹਿਲਾਵਾਂ ਨੇ ਇਹ ਕੰਮ ਕਰਨਾ, ਮਹਿਲਾਵਾਂ ਨੇ ਘਰ ਦਾ ਕੰਮ ਕਰਨਾ, ਅਤੇ ਜਿਹੜੇ ਪੁਰਸ਼ ਆ ਉਹ ਬਾਹਰ ਜਾ ਕੇ ਨੌਕਰੀ ਕਰਨਗੇ। ਇਹ ਕੰਮ ਇਹ ਆਪਣੇ ਸਮਾਜ ਦੇ ਬਣਾਏ ਹੋਏ ਆ। ਅਤੇ ਜਿਹਨੂੰ ਬੋਲਦੇ ਆ ਸੈਕਸ, ਠੀਕ ਹੈ, ਉਹ ਹੁੰਦਾ ਆਪਣਾ ਬਾਇਓਲੋਜੀਕਲ ਫੈਕਟਰ, ਉਹ ਹੁੰਦਾ ਆਪਣਾ ਬਾਇਓਲੋਜੀਕਲ ਕੰਸਟਰਕਟ, ਠੀਕ ਹੈ। ਇਹ ਤੁਹਾਨੂੰ ਫਰਕ ਪਤਾ ਹੋਣਾ ਚਾਹੀਦਾ ਹੈ ਵੀ ਜੋ ਜੈਂਡਰ ਹੈ ਉਹ ਸੋਸ਼ਲ ਕੰਸਟਰਕਟ ਹੈ ਅਤੇ ਜੋ ਸੈਕਸ ਹੈ ਉਹ ਹੈ ਬਾਇਓਲੋਜੀਕਲ, ਠੀਕ ਹੈ। ਨੈਕਸਟ ਹੈ ਥਰਡ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜਾ ਚੋਮਸਕੀ ਦੇ ਭਾਸ਼ਾਈ ਵਿਕਾਸ ਸਿਧਾਂਤ ਨਾਲ ਸੰਬੰਧਿਤ ਨਹੀਂ ਹੈ? ਚੋਮਸਕੀ ਨੇ, ਜੋ ਨੋਮ ਚੋਮਸਕੀ ਸੀ, ਉਹਨਾਂ ਨੇ ਯੂਨੀਵਰਸਲ ਗ੍ਰਾਮਰ ਦੀ ਗੱਲ ਕੀਤੀ ਹੋਈ ਹੈ। ਉਹ ਐਵੇਂ ਕਹਿੰਦੇ ਸੀ ਕਿ ਬੱਚੇ ਦੇ ਮਤਲਬ ਕੀ ਹੈ ਵਿੱਚ ਜਿਹੜਾ ਹੈ ਭਾਸ਼ਾਈ ਵਿਕਾਸ ਹੁੰਦਾ ਅਤੇ ਉਹ ਜਨਮਜਾਤ ਹੈ। ਉਹਦੇ ਵਿੱਚ LED ਡਿਵਾਈਸ ਹੁੰਦਾ, ਲੈਂਗੁਏਜ ਐਕੁਆਈਜੇਸ਼ਨ ਡਿਵਾਈਸ। ਤਾਂ ਦੇਖੋ ਆਪਾਂ ਦੱਸਣਾ ਨਹੀਂ ਹੈ ਤਾਂ ਆਪਾਂ ਉਹ ਆਨਸਰ ਲੱਭਣਾ ਜਿਹੜਾ ਕਿ ਉਹਦੇ ਨਾਲ ਸੰਬੰਧਿਤ ਨਹੀਂ ਹੈ। ਭਾਸ਼ਾਈ ਵਿਕਾਸ ਦੀ ਨਿਰਣਾਮੂਲਕ ਮਿਆਦ, ਭਾਸ਼ਾ ਗ੍ਰਹਿਣ ਦੀ ਵਿਧੀ, ਲੈਂਗੁਏਜ ਐਕੁਆਈਜੇਸ਼ਨ ਡਿਵਾਈਸ, ਬਿਲਕੁਲ LED ਇਹਨਾਂ ਨੇ ਦਿੱਤਾ ਸੀ, ਨੋਮ ਚੋਮਸਕੀ ਨੇ, LED ਲੈਂਗੁਏਜ ਐਕੁਆਈਜੇਸ਼ਨ ਡਿਵਾਈਸ। ਸਰਵ ਭਾਸ਼ਾ ਵਿਆਕਰਨ, ਯੂਨੀਵਰਸਲ ਗ੍ਰਾਮਰ ਬਿਲਕੁਲ ਦੱਸੀ ਸੀ ਇਹਨਾਂ ਨੇ, ਭਾਸ਼ਾ ਸੰਬੰਧ ਅਤੇ ਅਨੁਕਰਨ। ਹੁਣ ਇਹਨਾਂ ਚਾਰਾਂ 'ਚੋਂ ਅਗਰ ਆਪਾਂ ਐਲੀਮੀਨੇਟ ਕਰੀਏ, ਦੇਖੋ ਸਭ ਤੋਂ ਪਹਿਲਾਂ ਭਾਸ਼ਾਈ ਵਿਕਾਸ ਦੀ ਮਿਆਦ, ਹਾਂ ਇਹ ਬਿਲਕੁਲ ਐਵੇਂ ਕਹਿੰਦੇ ਸੀ ਕਿ ਭਾਸ਼ਾਈ ਵਿਕਾਸ ਜਿਹੜਾ ਹੈ ਉਹ 'ਚ ਕੀ ਹੈ ਵੀ ਲੈਂਗੁਏਜ ਐਕੁਆਈਜੇਸ਼ਨ ਡਿਵਾਈਸ ਬੱਚੇ ਦੇ 5 ਸਾਲ ਤੱਕ ਵਿਕਸਿਤ ਹੋ ਜਾਂਦਾ ਅਤੇ ਫਿਰ ਬੱਚਾ ਖੁਦ ਬ ਖੁਦ ਜਨਮਜਾਤ ਪ੍ਰਵਿਰਤੀ ਹੈ ਕਿ ਬੱਚਾ ਭਾਸ਼ਾ ਦਾ ਸਿੱਖ ਸਕੇ, ਠੀਕ ਹੈ, ਇਹ ਵੀ ਸਹੀ ਹੈ। ਲੈਂਗੁਏਜ ਐਕੁਆਈਜੇਸ਼ਨ ਡਿਵਾਈਸ ਇਹਨਾਂ ਨੇ ਦਿੱਤਾ ਹੈ, ਇਹ ਵੀ ਸਹੀ ਹੈ। ਤਾਂ ਮਤਲਬ ਇਹ ਤਾਂ ਹੋ ਨਹੀਂ ਸਕਦੇ। ਸਰਵ ਭਾਸ਼ਾ ਵਿਆਕਰਨ, ਯੂਨੀਵਰਸਲ ਗ੍ਰਾਮਰ, ਇਹ ਵੀ ਸਹੀ ਹੈ। ਬਟ ਭਾਸ਼ਾ ਸੰਬੰਧ ਅਤੇ ਅਨੁਕਰਨ, ਨਕਲ ਕਰਨਾ, ਇਹ ਬਿਹੇਵਰਿਸਟ ਮੰਨਦੇ ਹੈ। ਥੋਂਡਾਈਕ, ਸਕਿਨਰ, ਪੈਵਲਵ ਇਹ ਮੰਨਦੇ ਹੈ ਕਿ ਬੱਚਾ ਨਕਲ ਕਰਕੇ ਸਿੱਖਦਾ, ਕਿ ਬੱਚਾ ਭਾਸ਼ਾ ਨੂੰ ਨਕਲ ਕਰਕੇ ਸਿੱਖਦਾ, ਜਦਕਿ ਕੰਸਟਰਕਟਿਵਿਜ਼ਮ ਇਹ ਨਹੀਂ ਮੰਨਦਾ, ਠੀਕ ਹੈ। ਜਿਵੇਂ ਜੀਨ ਪਿਆਜੇ ਹੋ ਗਏ, ਲੈਵ ਵਾਈਗੋਟਸਕੀ, ਉਹ ਇੱਦਾਂ ਨਹੀਂ ਮੰਨਦੇ। ਤੁਸੀਂ ਨਾਲ ਨਾਲ ਨੋਟਸ ਬਣਾਓ, ਆਪਣੇ ਕੁਐਸਚਨ 'ਤੇ ਟਿਕ ਕਰੋ ਵੀ ਕਿੰਨੇ ਮੇਰੇ ਸਹੀ ਹੈ ਅਤੇ ਕਿੰਨੇ ਗਲਤ ਹੋਏ, ਠੀਕ ਹੈ। ਇਹ ਅਲੱਗ ਅਲੱਗ ਮਤਲਬ ਸੋਰਸਿਸ ਤੋਂ ਚੱਕੇ ਹੋਏ ਕੁਐਸਚਨਸ ਹੁੰਦੇ ਅਤੇ ਮੋਸਟ ਇੰਪੋਰਟੈਂਟ ਕੁਐਸਚਨਸ ਹੈ। ਵਿਵਹਾਰਵਾਦੀ ਮਤਲਬ ਬਿਹੇਵਰਿਸਟ ਕਿਹੜੇ ਹੁੰਦੇ ਆ? ਜਿਹੜੇ ਕਿ ਆਪਾਂ ਡਿਸਕਸ ਕੀਤੇ ਸੀ, E.L. ਥੋਂਡਾਈਕ, ਐਡਵਰਡ ਲੀ ਥੋਂਡਾਈਕ, ਅਮਰੀਕਨ ਸਾਈਕੋਲੋਜਿਸਟ ਜਿਨ੍ਹਾਂ ਨੇ SR ਥਿਊਰੀ ਦਿੱਤੀ ਸੀ। ਦੇਖੋ ਇੱਕ ਕੁਐਸਚਨ ਦੇ ਨਾਲ ਤੁਹਾਡੇ ਇੰਨੇ ਕੰਸੈਪਟ ਕਲੀਅਰ ਹੋ ਜਾਂਦੇ, ਸਿਰਫ ਇੱਕ ਕੁਐਸਚਨ ਨਾਲ 5 6 ਕੰਸੈਪਟ ਆਪਣੇ ਕਲੀਅਰ ਹੋ ਜਾਂਦੇ ਹੈ। ਤਾਂ ਜਿੰਨੇ ਵੀ ਕੁਐਸਚਨ ਦੀ ਪ੍ਰੈਕਟਿਸ ਕਰੋ ਤੁਹਾਨੂੰ ਉਨੇ ਕੰਸੈਪਟ ਕਲੀਅਰ ਹੋ ਜਾਣਗੇ ਇਹਦੇ ਨਾਲ ਰਿਗਾਰਡਿੰਗ, ਠੀਕ ਹੈ। ਤਾਂ ਬਿਹੇਵਰਿਸਟ ਜਿਹੜੇ ਹੈ B.F. ਸਕਿਨਰ ਜਿਨ੍ਹਾਂ ਨੇ ਚੂਹੇ 'ਤੇ ਪ੍ਰਯੋਗ ਕੀਤਾ ਸੀ ਅਤੇ ਕਬੂਤਰ 'ਤੇ ਪ੍ਰਯੋਗ ਕੀਤਾ ਸੀ, ਠੀਕ ਹੈ। ਗੈਸਟਾਲਟਵਾਦੀ ਅਲੱਗ ਹੈ, ਇਰਾਨ ਪੈਵਲਵ, ਠੀਕ ਹੈ। ਇਹ ਕੀ ਕਹਿੰਦੇ ਆ ਕਿ ਬੱਚਿਆਂ ਵਿੱਚ ਭਾਸ਼ਾ ਵਿਕਾਸ ਨਿਰਣਾਇਕ ਕਾਲ ਦੌਰਾਨ ਹੁੰਦਾ ਹੈ। ਜਮਾਂਦਰੂ ਭਾਸ਼ਾ ਗ੍ਰਹਿਣ ਪ੍ਰਵਿਰਤੀ ਦਾ ਕਾਰਜ ਨਹੀਂ, ਜਮਾਂਦਰੂ ਤਾਂ ਕੌਣ ਕਹਿੰਦਾ? ਨੋਮ ਚੋਮਸਕੀ ਕਹਿੰਦੇ ਆ, ਠੀਕ ਹੈ। ਨਕਲ ਦੁਆਰਾ ਜਾਂ ਪੂਰਵ ਸੁਭਾਅ ਦੇ ਵਿੱਚ ਹੋਣ ਵਾਲੇ ਸੰਵਾਦਾਂ ਦੁਆਰਾ ਹੁੰਦਾ ਹੈ। ਸੋ ਜੋ ਬਿਹੇਵਰਿਸਟ ਹੈ ਉਹ ਇਹ ਮੰਨਦੇ ਆ ਕਿ ਬੱਚਿਆਂ ਵਿੱਚ ਭਾਸ਼ਾ ਵਿਕਾਸ ਨਕਲ ਦੁਆਰਾ ਗ੍ਰਹਿਣ ਕੀਤਾ ਜਾਂਦਾ, ਕਿ ਜੋ ਬੱਚਿਆਂ ਵਿੱਚ ਜੋ ਲੈਂਗੁਏਜ ਮਤਲਬ ਬੱਚੇ ਜਿਹੜੇ ਇਹ ਭਾਸ਼ਾ ਸਿੱਖਦੇ ਆ ਨਾ, ਬੱਚਿਆਂ ਵਿੱਚ ਭਾਸ਼ਾ ਦਾ ਵਿਕਾਸ ਹੁੰਦਾ ਨਾ, ਤਾਂ ਉਹ ਨਕਲ ਦੁਆਰਾ ਸਿੱਖਦੇ ਆ, ਅਨੁਕਰਨ ਕਰਕੇ ਸਿੱਖਦੇ, ਠੀਕ ਹੈ। ਇਹ ਵਿਵਹਾਰਵਾਦੀ ਕਹਿੰਦੇ ਆ, ਠੀਕ ਹੈ। ਨੈਕਸਟ ਹੈ 5th ਕੁਐਸਚਨ, IEP ਦੀ ਫੁੱਲ ਫਾਰਮ। ਵਟ ਇਜ਼ IEP?
इंडिविजुअलाइज एजुकेटेड पीपल, इंडिविजुअलाइज्ड एजुकेशन प्रोग्राम, इंटरिम नहीं होंदा, इंडिपेंडेंट कुछ नहीं। सो इंडिविजुअलाइज्ड एजुकेशन प्रोग्राम नाल नाल लिखी चलो, जिहड़े भी फुल फॉर्म्स है इन्हां दे चांसिस पूरे आउण दे, ठीक है। सो सैकेंड इज़ द राइट ऑप्शन IEP इंडिविजुअलाइज्ड एजुकेशन प्रोग्राम। इहदा की मतलब है चाइल्ड सेंटर्ड एजुकेशन, हर एक बच्चे नूं उन्हां दी नीड दे अकॉर्डिंग, उन्हां दी समर्था दे अकॉर्डिंग उन्हां नूं पढ़ाना, उन्हां दे समर्था दे अकॉर्डिंग, उन्हां दे झुकावां दे अकॉर्डिंग वो किहदे विच इंटरस्ट रखते हैं। इंडिविजुअल बच्चे उन्हां दी नीड्स का ध्यान रखना एक टीचर का काम है, टीचर एज अ फैसिलिटेट करदा उन्हां नूं, ठीक है। सो इंडिविजुअलाइज्ड एजुकेशन प्रोग्राम चाइल्ड सेंटर्ड दे विच आंदी है। चाइल्ड सेंटर्ड अप्रोच ने किने दित्ती है, जॉन ड्यूवी ने, ठीक है। ये उहदे विच काम आंदा जिहदे विच चाइल्ड सेंटर्ड एजुकेशन की गल की जाती है, क्योंकि अज सारे किते ही चाइल्ड सेंटर्ड एजुकेशन की गल की है। बाल केंद्रित सिक्ख्या, बच्चे नूं केंद्र विच रख के सिक्ख्या देनी, ठीक है। 6th क्वेश्चन देखो, मनुक्खां विच निजी मतभेदां दे निर्धारक संबंधित हैं। मतलब जिहड़े अपने विच इंडिविजुअल डिफरेंसिस, इहदा मतलब है इंडिविजुअल डिफरेंसिस कि अपने विच जिहड़े फर्क हुंदे हैं, कि मतलब दो ट्विन्स भी इक्को ਜਿਹੇ नहीं होंदे, भावें उन्हां दी शक्लां इक्को जिहियां हुंदियां पर उन्हां दा एप्टीट्यूड, उन्हां दा इंटरस्ट, उन्हां दी नीड्स सब डिफर करदा हुंदा, ठीक है। सो कोई भी संसार में दो प्राणी इक्को ਜਿਹੇ नहीं होंदे, उन्हां 'च फर्क तो जरूर हुंदा है, भावें शक्लों इक्को ਜਿਹੇ होण पर उन्हां दे इंटरस्ट, उन्हां दा एप्टीट्यूड, उन्हां दा काम करन दा तरीका सब कुछ डिफर करदा हुंदा एक दूजे नाल। वो क्यों हुंदा? वातावरण विच अंतर नाल, विरासत विच अंतर नाल, विरासत अते वातावरण विच अंतर किरिया नाल। ये बहुत इंपॉर्टेंट है, CTET दे विच क्वेश्चन पूछा गया है वाला काफ़ी बार। मतलब जो डिवेलपमेंट है या फिर जो इंडिविजुअल डिफरेंसेस है, ये दोनों का ही रिजल्ट ये है कि हेरिडिटी इनटू एनवायरनमेंट। मतलब अपने जो जीन्स है प्लस अगर अपनों वो जिहा एनवायरनमेंट मिल जाए तो आप अनएक्सपैक्टेड चीज़ां कर सकते हैं, ठीक है। आप बहुत अच्छी चीज़ां कर सकते अगर अपनों वधिया हेरिडिटी है अपनी, तो प्लस अपनों वो जिहा माहौल मिल रहा है, ठीक है। नेक्स्ट है 7th क्वेश्चन, निजी मतभेद दूर करने लई, मतलब इंडिविजुअल डिफरेंसिस जो है दूर करने लई अध्यापक की की भूमिका होनी चाहिए। एक टीचर का की रोल प्ले हो सकता है? व्यक्ति की योग्यतावां, रुचियां ते प्रवृत्तियां जानना बिल्कुल सही है। व्यक्ति की लोड़ अनुसार पाठक्रम पढ़ाना बिल्कुल सही है, कि बच्चे के अकॉर्डिंग बच्चे की जिहड़ी योग्यता है, बच्चे की जिहड़ी रुचि है, इंटरस्ट है, बच्चे की जिहड़ी प्रवृत्ति है उन्होंने जानना, तो बच्चे के अनुसार मतलब बच्चा सेंटर दे विच है, विद्यार्थी सेंटर दे विच है, तो बाकी सारे प्रोग्राम्स उहदे इर्द गिर्द है। ये है चाइल्ड सेंटर्ड एजुकेशन। तो दोवें चीज़ें सही है, ठीक है। दोवें एक दे दो, मतलब योग्यतावां, रुचियां ते प्रवृत्तियां नूं जानना प्लस मतलब बच्चे के लोड़ां अनुसार पाठक्रम नूं टालना। नैक्सट 8th क्वेश्चन, CCE वही CCE कॉन्टीन्यूस एंड कॉम्प्रीहेंसिव इवैल्यूएशन विच रचनात्मक मीनस FA, फॉर्मेटिव ਅਤੇ संकलनात्मक जिन्हों आप योगात्मक भी बोलते हैं essay, सम्मेटिव, इन्हां दा कुल जोड़ कितना? मतलब टोटल FA ते SA कितना हुंदा? ये DSSB का क्वेश्चन है जे DSSB आया हुआ क्वेश्चन है ये, ठीक है। दिल्ली सर्विसिज सबॉर्डिनेट बोर्ड चों आया हुआ क्वेश्चन है, तो ये पूरे चांस आ सकता है, ठीक है। सो ये कितना है? फैक्चुअल क्वेश्चन है 40% एंड 60%। मतलब FA जो है 40% होंदा है। बेसिकली FA ऐसे होंदा की है, FA वो चीज़ होंदी है, FA वो असैसमेंट होंदी है, फॉर्मेटिव असैसमेंट इन्हूं बोलते हैं, जो कि पूरे साल चलता रहता है। पूरे साल कोई भी एक्टिविटी, कोई भी होमवर्क, ग्रुप वर्क, कोई भी प्रोजैक्ट, वो FA होंदा है। SA की होंदा जो पूरे लास्ट ते मतलब सैशन के लास्ट से करवाया जाता है, जिवें प्रैक्टिकल बाद विच करवाए जाते हैं, ठीक है, लास्ट से करवाए जाते हैं, तो अपने एग्जाम, ठीक है, वो लास्ट से होंगे जो आप मार्च का एग्जाम देने, तो SA दे विच आ जाता है, सम्मेटिव असैसमेंट दे विच। क्लीयर। 9th क्वेश्चन, NEP 2020 विच, NEP तुहानूं पता है नैशनल एजुकेशन पॉलिसी जो 2020 दे विच आई है, मौजूदा 10+2 सिस्टम में एक नवे पाठक्रम ढांचे द्वारा बदलिया जाना है। वो नवा पाठक्रम ढांचा की है?
ये तो तुसीं सबने पढ़िया ही होना जदों NEP आई सी, नवीं एजुकेशन पॉलिसी जिहड़ी आई सी, तो उहदे विच की आया सी, मैं तुहानूं दस्सिया भी सी 5+3+4 देखो 5+3+3+4 5 की है फाउंडेशनल ईयर, एक कित्थों तक होंगे नर्सरी LKG UKG फस्ट एंड सैकेंड ग्रेड तक। फिर 3 का मतलब की है 3rd 4th एंड 5th ग्रेड। फिर उस तो बाद 3rd का की मतलब है 6th 7th 8th, दैन 4th का की मतलब है सैकेंडरी एजुकेशन 9th 10th 12th 11th 12th। ऐदा सिस्टम अपना नवीं एजुकेशन पॉलिसी के है। बट पहला वाली 1986 की भी अगर आप गल करिए तो 10+2 का सिस्टम से, ठीक है। नैक्सट क्वेश्चन है, थोड़ा धुंधला होएगा पर समझने की कोशिश करो जे, जरूर कमेंट करके दस्सियो भी थोड़े किन्ने मार्क्स बने, ठीक है। तो दसना वीडियो किद्दां लगी, हाले अपने काफ़ी क्वेश्चनस पेंडिंग भी है, बहुत इंपॉर्टेंट क्वेश्चनस। जे बच्चा 61 नूं 16 लिख दिंदा है तो B ते D विच उलझदा है, तो ये की केस है कि उन्होंने देखने का विकार है, कि उन्होंने लर्निंग डिसेबिलिटी है, कि वो मानसिक विकार है, मानसिक अवरोध, कि उन्होंने मतलब B ते D दे विच कन्फ्यूजन होंदी है, 61 ते 16 दे विच कन्फ्यूजन होंदी है, मतलब उलझ जाता है। तो ये है डिसलेक्सिया, तो ये डिसलेक्सिया तो मैंशन होया ही नहीं। तो डिसलेक्सिया एक चीज़ किदा है, किदी टाइप है, लर्निंग डिसेबिलिटी दी सीखण अयोग्यता दी। थोनों टैलीग्राम दे विच लर्निंग डिसेबिलिटी वाली पूरी वीडियो जो बहुत वधिया तरीके नाल करवाई गई, वो टैलीग्राम दे विच पई आ, ठीक है। साडे चैनल ते है जीन प्याजे लेवाई गॉट्स बाल विकास वाली, तो अगर तुसीं नहीं देखी तो जरूर देखियो, थोड़े कंसैप्ट जिहड़े काफ़ी उहदे नाल क्लीयर हो जाएंगे, ठीक है जी। नैक्सट 11th क्वेश्चन देखो, ECCE। हुण ECCE तो तुहानूं पता ही है की हुंदा जी। ECCE अर्ली चाइल्ड केयर एंड डिवेलपमेंट, ठीक है, आपां कीता भी होया नू, सॉरी ECCE डिवेलपमेंट बोल गई मैं, अर्ली चाइल्ड केयर एंड एजुकेशन, ठीक है। बचपन दियां सिक्ख्या संस्थावां दे महत्वपूर्ण फैसले अते मजबूत प्रणाली द्वारा प्रदान किया जाएगा। कि देखो कल्ले आंगनवाड़ी, कल्ले प्री स्कूल, आंगनवाड़ी प्राइमरी स्कूलों के नाल स्थित है या उपरोक्त सारे। देखो ECCE ये अर्ली चाइल्ड की गल की गई है, शिशु लैवल की गल की गई है, ठीक है। नू बचपन दियां सिक्ख्या संस्थावां के महत्वपूर्ण फैसले तो मजबूत प्रणाली द्वारा प्रदान किया जाएगा सारा कुछ ही, कि आंगनवाड़ी स्कूल भी, प्री प्राइमरी स्कूल भी, सारे दे विच ही शिशु बच्चे जिहड़े वधिया डिवेलपमेंट कर सकते तो उन्हां नाल रिलेटेड फैसले भी लै सकते, ठीक है। नैक्सट देखो, ये अपना हैगा 12th क्वेश्चन, किहड़ी उम्र विच बच्चा NEP के अनुसार अपनी सिक्ख्या की रस्मी शुरुआत करे। हुण जिहड़ी NEP 2020 आई है उहदे विच कि बच्चा किद्दां रस्मी किन्नी उम्र दे विच अपनी जिहड़ी मतलब स्कूल दे विच आके प्रॉपरली एजुकेशन लवेगा, कि वो 5 साल का, कि 4, कि वो 3 का, तो कि वो 6 का। तो देखो आप नर्सरी LKG UKG तो काउंट कर रहे हैं, तो नर्सरी बच्चा हुण 3 साल की उम्र के ही लग जाएगा। सो 3 साल की उम्र के बच्चा जो है अपनी रस्मी सिक्ख्या की शुरुआत करेगा, ठीक है। अगर कोई डाउट है तो ठीक है, कोई क्वेश्चन समझ नहीं आया तो फिर तुसी कमेंट कर दिओ, आप नैक्सट वीडियो के थोड़ा पूरी एक्सप्लेनेशन के नाल भी समझा देंगे, पर इत्थे भी पूरी डिस्कशन, पूरा डिटेल डिस्कशन नाल थोड़ा समझाया जा रहा है। 13वां क्वेश्चन देखो, एक गल होर जी भी टैलीग्राम तो तुसी काफ़ी जने जुड़े हुए हो, पर सबसक्राइब उन्होंने काफ़ी घट जने ने किया, तो सबसक्राइब जरूर करियो, ठीक है। 100 जने तकरीबन जोड़े हैं जिन्होंने सबसक्राइब नहीं किया होया, 100 तो भी वध जो टैलीग्राम के नाल जुड़े हुए हैं, बट वैसे सबसक्राइब नहीं किया होया, तो सबसक्राइब जरूर करियो, लाइक भी कराया करो अगर थोड़ा वीडियो पसंद आए, ठीक है। NEP के संदर्भ में ECCE का पूरा नाम की है, वाधू पाठक्रम नहीं, पाठक्रम की तो गल ही नहीं, निरंतर सिक्ख्या की गल ही नहीं, बचपन की संभाल ते सिक्ख्या। देखो आप कहते ना अर्ली चाइल्डहुड केयर एंड एजुकेशन, भी उन्होंने सिक्ख्या तो उन्होंने संभाल, बचपन की संभाल ते सिक्ख्या, ठीक है। ये तो ईजी सी। 14th आप सारे सैक्शनस जो क्वेश्चंस उठाए हैं, जो पॉलिसीज़ एंड प्रोग्राम्स है, जो CDP है, साइकोलॉजी है, टीचिंग एप्टीट्यूड है,
ਤੇ ਕਰਿਕੂਲਮ ਹੈ ਜੋ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਵਾਸਤੇ, ਉਹ ਸਾਰੇ ਕਰਵਾਏ ਹੋਏ। ਤੇ ਟੀਕਾਕਰਨ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਪੂਰਾ ਐਕਸਪਲੇਨੇਟ ਕੀਤਾ ਹੋਇਆ, ਤੇ ਬੁੱਧੀ ਵਾਲਾ ਚੈਪਟਰ ਵੀ, ਠੀਕ ਹੈ। ਹੁਣ ਚੈਪਟਰ ਵਾਈਜ਼ ਵੀ ਆਇਆ ਕਰੇਗੀ, ਜੋ ਜੋ ਇੰਪੋਰਟੈਂਟ ਚੈਪਟਰ ਹੋਣਗੇ ਉਹਦੀ ਆਪਾਂ ਥਿਊਰੀ ਵੀ ਕਰਵਾਇਆ ਕਰਾਂਗੇ, ਠੀਕ ਹੈ। ਇਸ ਦਾ ਨਾਂ ਬਿੱਲੀਆਂ 'ਤੇ ਪ੍ਰਯੋਗ ਕਰਨ ਲਈ ਜੁੜਿਆ ਹੋਇਆ, ਪਰ ਤੁਸੀਂ ਸਪੋਰਟ ਜ਼ਰੂਰ ਕਰੋ ਜੀ। ਅਗਰ ਤੁਸੀਂ ਸਪੋਰਟ ਕਰੋਗੇ ਤਾਂ ਹੀ ਆਪਣਾ ਚੈਨਲ ਰਾਈਜ਼ ਕਰ ਪਾਏਗਾ ਥੋੜ੍ਹਾ ਬਹੁਤ, ਠੀਕ ਹੈ। ਬਿੱਲੀਆਂ 'ਤੇ ਪ੍ਰਯੋਗ ਕਿਹਨੇ ਕੀਤਾ ਸੀ? ਕੈਟਸ 'ਤੇ ਪ੍ਰਯੋਗ, ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੈ। ਥੌਰਨਡਾਈਕ ਨੇ, ਐਡਵਰਡ ਲੀ ਥੌਰਨਡਾਈਕ, ਜਿਨ੍ਹਾਂ ਨੇ SR ਕੰਡੀਸ਼ਨਿੰਗ ਦੀ ਗੱਲ ਕੀਤੀ ਸੀ। SR ਰਿਸਪੌਂਸ ਮਤਲਬ ਪਹਿਲਾਂ ਸਟਿਮੂਲਸ, ਮਤਲਬ ਬਿੱਲੀ ਜੋ ਹੈ ਉਹ ਇੱਕ ਪਿੰਜਰੇ 'ਚ ਬੰਦ ਹੁੰਦੀ ਹੈ ਅਤੇ ਬਾਹਰ ਉਹਦੇ ਫਿਸ਼ ਰੱਖੀ ਜਾਂਦੀ ਹੈ, ਉਹਦੀ ਸਮੈਲ ਉਹਨੂੰ ਸਟਿਮੂਲੇਟ ਕਰਦੀ ਹੈ, ਅਤੇ ਉਹਨੂੰ ਭੁੱਖ ਲੱਗੀ ਹੁੰਦੀ ਹੈ ਕਿਉਂਕਿ 24 ਘੰਟੇ ਤੋਂ ਉਹਨੂੰ ਭੁੱਖਾ ਰੱਖਿਆ ਹੁੰਦਾ। ਤਾਂ ਫਿਰ ਇੰਨੇ ਹੱਥ ਪੈਰ ਮਾਰਦੀ ਹੈ, ਇੰਨੀ ਕੋਸ਼ਿਸ਼ ਕਰਦੀ ਹੈ, ਫਿਰ ਜਾ ਕੇ ਕਿਤੇ ਉਹਦਾ ਉਸ 'ਤੇ ਤਰਸ਼ਰੀ 'ਤੇ ਪੈਰ ਦੱਬ ਜਾਂਦਾ ਤਾਂ ਖੁੱਲ੍ਹ ਜਾਂਦਾ, ਠੀਕ ਹੈ। ਇੱਦਾਂ ਪ੍ਰੋਸੈਸ ਚੱਲਦਾ ਹੈ। ਇਹਦੇ ਅਕੋਰਡਿੰਗ ਕੀ ਪਹਿਲਾਂ ਸਟਿਮੂਲਸ ਰੱਖਿਆ ਹੁੰਦਾ, ਫਿਰ ਰਿਸਪੌਂਸ ਹੁੰਦਾ। ਬਟ ਉਹ ਤੁਹਾਡੇ ਤੋਂ ਪੁੱਛਿਆ ਜਾਵੇ ਵੀ ਰੀਇਨਫੋਰਸਮੈਂਟ ਦਾ ਕੰਸੈਪਟ ਕਿਹਨੇ ਦਿੱਤਾ? ਰੀਇਨਫੋਰਸਮੈਂਟ ਦਾ ਕੰਸੈਪਟ BF ਸਕਿਨਰ ਨੇ ਇੰਟਰੋਡਿਊਸ ਕੀਤਾ, ਠੀਕ ਹੈ। ਨੈਕਸਟ 15th ਕੁਐਸਚਨ, ਸਿੱਖਣ ਦੇ ਯਤਨ ਤੇ ਭੁੱਲ ਸਿਧਾਂਤ। ਯਤਨ ਤੇ ਭੁੱਲ ਸਿਧਾਂਤ, ਟ੍ਰਾਇਲ ਐਂਡ ਐਰਰ ਲਰਨਿੰਗ, ਥੌਰਨਡਾਈਕ ਨੇ ਦਿੱਤੀ ਇਹ ਵੀ, ਜਿਨ੍ਹਾਂ ਨੂੰ ਟ੍ਰਾਇਲ ਐਂਡ ਐਰਰ ਲਰਨਿੰਗ ਵੀ ਬੋਲਦੇ ਆ, ਬਿੱਲੀਆਂ 'ਤੇ ਪ੍ਰਯੋਗ ਵੀ ਬੋਲਦੇ ਆ, ਠੀਕ ਹੈ। ਇਹਨਾਂ ਨੇ 3 ਪ੍ਰਾਇਮਰੀ ਲਾਜ਼ ਵੀ ਦਿੱਤੇ ਆ, ਠੀਕ ਹੈ। ਸੋ ਟ੍ਰਾਇਲ ਐਂਡ ਐਰਰ ਕੀ, ਕੋਸ਼ਿਸ਼ ਕਰੋ, ਜਿੰਨੀ ਵਾਰ ਤੁਸੀਂ ਜ਼ਿਆਦਾ ਕੋਸ਼ਿਸ਼ ਕਰੋਗੇ ਉਨੀ ਵਾਰ ਗਲਤੀਆਂ ਘੱਟ ਹੋਣਗੀਆਂ। ਇਹਨਾਂ ਦਾ ਇਹ ਮੰਨਣਾ ਸੀ ਕਿ ਜਿੰਨੀ ਵਾਰ ਤੁਸੀਂ ਯਤਨ ਕਰੋਗੇ, ਯਤਨ ਤੇ ਭੁੱਲ ਸਿਧਾਂਤ ਹੈ, ਜਿੰਨੇ ਜ਼ਿਆਦਾ ਯਤਨ ਕਰੋਗੇ ਉਨੀਆਂ ਗਲਤੀਆਂ ਤੁਹਾਡੀਆਂ ਨੈਕਸਟ ਟਾਈਮ ਜਿਹੜੀਆਂ ਹੈ ਘੱਟ ਹੁੰਦੀਆਂ ਜਾਣਗੀਆਂ, ਠੀਕ ਹੈ। ਨੈਕਸਟ ਕੁਐਸਚਨ 16ਵਾਂ ਕੁਐਸਚਨ ਜੀ ਤੁਹਾਡੀ ਸਕਰੀਨ 'ਤੇ, ਹੇਠ ਦਿੱਤੇ ਵਿੱਚੋਂ ਕਿਹੜਾ ਕਥਨ ਠੀਕ ਹੈ? ਮਤਲਬ ਸੰਮਿਲਿਤ ਸਿੱਖਿਆ ਦੇ ਇਨਕਲੂਸਿਵ ਐਜੂਕੇਸ਼ਨ ਨਾਲ ਰਿਲੇਟਡ ਹੈ, ਕਿਉਂਕਿ ਇਹਦੇ 'ਚੋਂ ਵੀ ਕਾਫੀ ਕੁਐਸਚਨ ਆਉਣੇ ਹੈ। ਤੁਹਾਨੂੰ ਪਤਾ ਹੀ ਇਨਕਲੂਸਿਵ ਐਜੂਕੇਸ਼ਨ ਜਿਹੜਾ ਇੰਪੋਰਟੈਂਟ ਟੌਪਿਕ ਹੈ। ਅਤੇ ਕੀ ਬੋਲ ਰਿਹਾ ਹੈ ਕਿ ਸੰਮਿਲਿਤ ਸਿੱਖਿਆ, ਇਨਕਲੂਸਿਵ ਐਜੂਕੇਸ਼ਨ ਬਾਰੇ ਕਿਹੜੀ ਗੱਲ ਸਹੀ ਹੈ? ਇਹ ਪ੍ਰਣਾਲੀ ਅਸਮਰਥ ਸਧਾਰਨ ਬੱਚੇ ਨੂੰ ਵੱਖ ਕਰਦੀ ਹੈ, ਵੱਖ ਕਰੇਗੀ। ਸੰਮਿਲਿਤ ਦਾ ਮਤਲਬ ਕੀ ਹੁੰਦਾ ਹੈ? ਅਸਮਰਥ ਬੱਚੇ ਅਤੇ ਸਧਾਰਨ ਬੱਚੇ ਇਕੱਠੇ ਆ ਕੇ ਪੜ੍ਹਨ, ਇੱਕੋ ਸਕੂਲ ਦੇ ਵਿੱਚ ਪੜ੍ਹਨ, ਉਹਨਾਂ 'ਚ ਕੋਈ ਫਰਕ ਨਾ ਕੀਤਾ ਜਾਵੇ, ਠੀਕ ਹੈ। ਇਸ ਪ੍ਰਣਾਲੀ ਵਿੱਚ ਸਿੱਖਿਆ ਵਿੱਚ ਅਸਮਰਥ ਅਤੇ ਸਧਾਰਨ ਬੱਚਿਆਂ ਨੂੰ ਨਾਲ ਸਧਾਰਨ ਰੂਪ ਵਿੱਚ ਰੱਖਿਆ ਜਾਂਦਾ ਹੈ। ਸਹੀ ਲੱਗ ਰਿਹਾ ਦੇਖਣ ਦੇ ਵਿੱਚ। ਇਹ ਸਿੱਖਿਆ ਪ੍ਰਤਿਭਾਸ਼ਾਲੀ ਅਤੇ ਅਸਮਰਥ ਬੱਚੇ ਲਈ ਪੁਰਾਣਾ ਵਿਚਾਰ ਹੈ? ਨਹੀਂ, ਇਹ ਕੰਸੈਪਟ ਨਵਾਂ ਹੀ ਹੈ, ਕਿਉਂਕਿ ਪਹਿਲਾਂ ਜਿਹੜੇ ਅਸਮਰਥ ਬੱਚੇ ਸੀ ਉਹਨਾਂ ਵਾਸਤੇ ਅਲੱਗ ਵਿਸ਼ੇਸ਼ ਸਕੂਲ ਹੁੰਦੇ ਸੀ। ਬਟ ਹੁਣ ਸੰਮਿਲਿਤ ਸਿੱਖਿਆ ਦੇ ਅਕੋਰਡਿੰਗ ਕਿ ਵੀ ਕੋਈ ਵੀ ਇੱਕ ਸਕੂਲ ਜਿਹੜਾ ਹੈ, ਮਤਲਬ ਜਿਹੜੇ ਡਿਸੇਬਲਡ ਬੱਚੇ ਹੋਣਗੇ, ਮਤਲਬ ਜਿਹੜੇ ਵਿਕਲਾਂਗ ਬੱਚੇ ਹੁੰਦੇ ਹੈ, ਮਤਲਬ ਡਿਸੇਬਲਡ ਹੁੰਦੇ ਹੈ, ਉਹਨਾਂ ਨੂੰ ਐਡਮਿਸ਼ਨ ਦੇਣ ਤੋਂ ਨਹੀਂ ਰੋਕ ਸਕਦਾ, ਠੀਕ ਹੈ। ਇਹ ਸਿੱਖਿਆ ਭੇਦਭਾਵ ਦੇ ਸਿਧਾਂਤ 'ਤੇ ਬਿਲਕੁਲ ਗਲਤ ਹੈ। ਭੇਦਭਾਵ ਨਹੀਂ ਕਰਦੀ ਸੰਮਿਲਿਤ ਸਿੱਖਿਆ। ਇਹ ਬਿਲਕੁਲ ਜੋ ਸੈਕਿੰਡ ਆਪਸ਼ਨ ਹੈ ਸਹੀ ਹੈ ਕਿ ਅਸਮਰਥ ਅਤੇ ਸਧਾਰਨ ਬੱਚਿਆਂ ਨੂੰ ਸਧਾਰਨ ਰੂਪ ਤੋਂ ਰੱਖਿਆ ਜਾਂਦਾ, ਮਤਲਬ ਉਹਨਾਂ ਨੂੰ ਇੱਕੋ ਸਕੂਲ ਦੇ ਵਿੱਚ ਐਡੂਕੇਸ਼ਨ ਦਿੱਤੀ ਜਾਂਦੀ ਹੈ ਵਧੀਆ ਪ੍ਰੋਪਰਲੀ। ਬਟ ਜਿਹੜੇ ਜ਼ਿਆਦਾ ਡਿਫੈਕਟ ਵਾਲੇ ਹੁੰਦੇ ਆ ਉਹਨਾਂ ਨੂੰ ਕੁਛ ਇੰਸਟਰਕਸ਼ਨਸ ਦੇ ਨਾਲ ਜਾਂ ਕੁਛ ਪ੍ਰੋਗਰਾਮਸ ਦੇ ਨਾਲ ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ। ਨੈਕਸਟ ਕੁਐਸਚਨ ਹੈ 17th, ਇਹ ਆ ਗਿਆ ਜੀਨ ਪਿਆਜੇ ਤੋਂ, ਜੋ ਕਿ CTET ਦੇ ਵਿੱਚ ਕਾਫੀ ਵਾਰ ਪੁੱਛਿਆ ਜਾਂਦਾ, PSTET ਦੇ ਵਿੱਚ ਵੀ, ਅਤੇ ਇਸ ਪੇਪਰ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਸਕਦੀ ਹਾਂ ਵੀ ਬਹੁਤ ਸਾਰੇ ਕੁਐਸਚਨ ਤੁਹਾਨੂੰ ਕੰਸਟਰਕਟਿਵਿਜ਼ਮ ਤੋਂ ਮਿਲਣਗੇ, ਜੀਨ ਪਿਆਜੇ, ਲੈਵ ਵਾਈਗੋਟਸਕੀ, ਬਰੂਨਰ ਤੋਂ। ਇਹਨਾਂ ਤੋਂ ਕਾਫੀ ਕੁਐਸਚਨ ਤੁਹਾਨੂੰ ਮਿਲਣਗੇ, ਠੀਕ ਹੈ। ਤਕਰੀਬਨ 10 ਕੁਐਸਚਨ ਆਪਾਂ ਐਸਟੀਮੇਟ ਲਗਾ ਕੇ ਚੱਲਦੇ ਹਾਂ, ਕਿਉਂਕਿ CDP ਕਾਫੀ ਵਾਈਡ ਹੈ ਅਤੇ ਉਹਦੇ ਵਿੱਚ ਇਹਨਾਂ ਦਾ ਹੀ ਜ਼ਿਆਦਾ ਰੋਲ ਹੈ, ਠੀਕ ਹੈ। ਗਿਆਨਾਤਮਕ ਵਿਕਾਸ ਦੇ ਸੰਦਰਭ ਵਿੱਚ, ਮਤਲਬ ਕਿਉਂਕਿ ਜੀਨ ਪਿਆਜੇ ਨੇ ਗਿਆਨਾਤਮਕ ਵਿਕਾਸ ਦੀਆਂ ਸਟੇਜਿਸ ਦੱਸੀਆਂ ਸੀ। 6-7 ਸਾਲ ਦੇ ਆਰੰਭ ਹੋਣ ਵਾਲੀ ਅਵਸਥਾ ਨੂੰ ਪਿਆਜੇ ਨੇ ਕਿਹੜਾ ਨਾਮ ਦਿੱਤਾ? ਸਭ ਤੋਂ ਪਹਿਲਾਂ ਇਹਨੂੰ ਸਮਝ ਲੈਂਦੇ ਹਾਂ। SPCF, ਇੱਥੋਂ ਯਾਦ ਰੱਖੋ। C ਮਤਲਬ ਸੈਂਸਰੀ ਮੋਟਰ, ਜੋ ਹੁੰਦੀ ਹੈ ਜਨਮ ਤੋਂ 2 ਸਾਲ। P ਹੁੰਦੀ ਹੈ ਪ੍ਰੀ ਆਪਰੇਸ਼ਨਲ, ਪੂਰਵ ਸੰਕਿਰਿਆਤਮਕ, ਜੋ ਹੁੰਦੀ ਹੈ 2 ਤੋਂ 7 ਸਾਲ। ਫਿਰ 7 ਤੋਂ ਲੈ ਕੇ 12 ਹੁੰਦੀ ਹੈ ਸਥੂਲ, ਕੌਨਕਰੀਟ ਆਪਰੇਸ਼ਨਲ ਸਟੇਜ। ਫਿਰ ਹੁੰਦੀ ਹੈ ਫਾਰਮਲ, ਠੀਕ ਹੈ। ਸੋ ਜੋ 6 ਤੋਂ 7 ਸਾਲ ਵਾਲੀ ਆਪਾਂ ਕਿਹੜੀ ਕੀਤੀ ਹੈ? ਕੌਨਕਰੀਟ, ਮਤਲਬ ਸਥੂਲ ਕਿਰਿਆਤਮਕ ਅਵਸਥਾ, ਠੀਕ ਹੈ। ਇਹਦੇ ਵਿੱਚ ਬੱਚੇ 'ਚ ਲੌਜਿਕ ਆ ਜਾਂਦਾ, ਠੀਕ ਹੈ। ਕੌਨਕਰੀਟ ਦੇ ਵਿੱਚ ਬੱਚਾ ਕਲਾਸੀਫਾਈ ਕਰ ਸਕਦਾ ਚੀਜ਼ਾਂ ਨੂੰ, ਠੀਕ ਹੈ। ਕੰਜ਼ਰਵੇਸ਼ਨ ਆ ਸਕਦੀ ਹੈ, ਇਹ ਸਭ ਕੁਝ ਆਉਂਦਾ ਬੱਚੇ ਦੇ ਵਿੱਚ। ਨੈਕਸਟ 18th ਕੁਐਸਚਨ, ਪਿਆਜੇ ਦੇ ਮੱਤ ਅਨੁਸਾਰ, ਤੁਸੀਂ ਨਾਲ ਨਾਲ ਲਿਖੀ ਚੱਲੋ, ਜਿਹੜਾ ਵੀ ਕੋਈ ਤੁਹਾਨੂੰ ਇੱਥੇ ਮਤਲਬ ਕੁਐਸਚਨ ਨਹੀਂ ਆਉਂਦਾ ਉਹਨੂੰ ਨਾਲ ਨਾਲ ਲਿਖੀ ਚੱਲੋ ਅਤੇ ਆਪਦੇ ਮਾਰਕਸ ਉੱਥੋਂ ਕੱਟ ਲਓ, ਠੀਕ ਹੈ। ਅਤੇ ਪ੍ਰੋਪਰ ਮਾਰਕਸ ਦੱਸੋ ਵੀ ਤੁਹਾਡੇ ਕਿੰਨੇ ਬਣਦੇ ਹੋ। ਪਿਆਜੇ ਦੇ ਮੱਤ ਅਨੁਸਾਰ ਸਧਾਰਨ ਗਿਆਨ ਦੇ ਪ੍ਰਤੀਮਾਨ, ਜੋ ਕਿ ਬੱਚੇ ਦੇ ਸਿੱਖਣ, ਯਾਦ ਕਰਨ,
ਅਨੁਭਵ ਪ੍ਰਾਪਤ ਕਰਨ ਤੇ ਉਹਨਾਂ ਦੀ ਵਿਆਖਿਆ ਕਰਨ ਵਿੱਚ ਸਹਾਇਤਾ ਕਰਦੇ ਹਨ। ਉਹ ਕੀ ਹੁੰਦੇ ਹਨ? ਕਿ ਸਧਾਰਨ ਗਿਆਨ ਦੇ ਜੋ ਪੋਕਿਟਸ ਹੈ ਜਿਹਦੇ ਵਿੱਚ ਬੱਚਾ ਸਿੱਖਦਾ ਹੈ, ਕੋਈ ਚੀਜ਼ ਨੂੰ ਯਾਦ ਰੱਖਦਾ ਹੈ, ਕੋਈ ਚੀਜ਼ ਬਾਰੇ ਅਨੁਭਵ ਪ੍ਰਾਪਤ ਕਰਦਾ ਹੈ, ਠੀਕ ਹੈ, ਉਹ ਕਿਸ ਚੀਜ਼ ਨੂੰ ਐਕਸਪਲੇਨ ਕਰਦਾ, ਉਹ ਕੀ ਹੁੰਦਾ, ਕੀ ਬੋਲਦੇ ਨੇ? ਐਪੀਸੋਡਸ, ਚੰਕਸ, ਪ੍ਰੋਟੋਟਾਈਪਸ ਜਾਂ ਸਕੀਮੈਟਾ। ਦੇਖੋ ਜੀਨ ਪਿਆਜੇ ਨੇ ਇੱਕੋ ਬਾਰੇ ਦੱਸਿਆ ਕੀ ਆ ਉਹ ਸਕੀਮਸ। ਦਿਸ ਇਜ਼ ਅ ਪੋਕਿਟਸ ਆਫ ਨੌਲੇਜ। ਆਪਣੇ ਦਿਮਾਗ ਦੇ ਵਿੱਚ ਅਲੱਗ-ਅਲੱਗ ਪੋਕਿਟਸ ਆਫ ਨੌਲੇਜ ਹੁੰਦੀਆਂ ਕਿ ਗਿਆਨ ਦੇ ਅਲੱਗ-ਅਲੱਗ ਆਪਣੇ ਪਤਾ ਹੁੰਦਾ ਵੀ ਅਗਰ ਆਪਾਂ ਕਿਸੇ ਚੀਜ਼ ਨੂੰ ਦੇਖਦੇ ਤਾਂ ਆਪਣਾ ਕੰਸੈਪਟ ਫਾਰਮੇਸ਼ਨ ਹੁੰਦੀ ਹੈ ਇਹਦੇ ਵਿੱਚ। ਕੀ ਹੁੰਦੀ ਹੈ? CF ਮੀਨਸ ਕੰਸੈਪਟ ਫਾਰਮੇਸ਼ਨ। ਕਿ ਅਗਰ ਆਪਾਂ ਪੈਨ ਨੂੰ ਦੇਖਦੇ ਹਾਂ ਵੀ ਹਾਂ ਇਹ ਪੈਨ ਹੈ, ਕੁਛ ਵੀ ਇਹ ਟੇਬਲ ਹੈ, ਇਹ ਬੁੱਕਸ ਹੈ, ਇਹ ਚੇਅਰ ਹੈ, ਆਪ ਨੂੰ ਪਤਾ ਹੁੰਦਾ। ਕਿਵੇਂ ਪਤਾ ਹੁੰਦਾ? ਕਿਉਂਕਿ ਆਪ ਨੂੰ ਪਹਿਲਾਂ ਕੰਸੈਪਟ ਬਣਿਆ ਆਪਣੇ ਦਿਮਾਗ ਦੇ ਵਿੱਚ, ਉਹ ਪੋਕਿਟਸ ਆਫ ਨੌਲੇਜ ਮਤਲਬ ਆਪਣੇ ਦਿਮਾਗ ਦੇ ਵਿੱਚ ਸਕੀਮੈਟਾ ਬਣਿਆ ਹੁੰਦਾ, ਸਕੀਮਸ ਬਣੀਆਂ ਹੁੰਦੀਆਂ। ਅਗਰ ਕੋਈ ਨਵੀਂ ਚੀਜ਼ ਆਪਾਂ ਉਹਦੇ ਵਿੱਚ ਐਡ ਕਰਦੇ ਹਾਂ ਤਾਂ ਉਹ ਹੁੰਦਾ ਐਸੀਮੀਲੇਸ਼ਨ। ਅਗਰ ਉਹਦੇ ਵਿੱਚ ਆਪਾਂ ਕੁਛ ਚੇਂਜ ਲਿਆਉਂਦੇ ਹਾਂ, ਮਤਲਬ ਕੁਝ ਚੇਂਜ ਆ ਜਾਂਦਾ ਆਪਣੇ ਐਸੀਮੀਲੇਟ ਵਾਲੀ ਨੌਲੇਜ ਦੇ ਵਿੱਚ, ਤਾਂ ਉਹ ਹੁੰਦੀ ਹੈ ਅਕਮੋਡੇਸ਼ਨ। ਠੀਕ ਹੈ ਜੀ। ਜੀਨ ਪਿਆਜੇ ਦੀ ਥਿਊਰੀ ਆਪਣੇ ਹੀ ਚੈਨਲ 'ਤੇ ਪਈ ਹੈ ਤਾਂ ਤੁਸੀਂ ਦੇਖਿਓ। ਨੈਕਸਟ ਹੈ 19th। ਸੁਣਨ ਅਯੋਗਤਾ ਵਾਲੇ ਬੱਚੇ ਜਿਨ੍ਹਾਂ ਨੂੰ ਮਤਲਬ ਹੀਅਰਿੰਗ ਦੀ ਪ੍ਰੋਬਲਮ ਹੈ, ਉਹਨਾਂ ਨੂੰ ਪੜ੍ਹਾਉਣ ਲਈ ਕੀ ਵਰਤਿਆ ਜਾਂਦਾ ਹੈ? ਬ੍ਰੇਲ ਲਿਪੀ, ਸੰਕੇਤਕ ਭਾਸ਼ਾ, ਯੰਤਰ ਜਾਂ ਉੱਪਰਲੇ ਸਾਰੇ ਵੀ। ਕਈ ਤਾਂ ਡੀ ਲਗਾ ਕੇ ਆਉਣਗੇ ਵੀ ਆਲ ਆਫ ਦੀ ਅਬਵ, ਬਟ ਨਹੀਂ। ਬ੍ਰੇਲ ਲਿਪੀ ਕਿਹਦੇ ਵਾਸਤੇ ਯੂਜ਼ ਹੁੰਦੀ ਹੈ? ਆਈ ਡਿਫੈਕਟ ਵਾਲੇ ਜਿਨ੍ਹਾਂ ਨੂੰ ਦੇਖਣ 'ਚ ਪ੍ਰੋਬਲਮ ਹੈ। ਬ੍ਰੇਲ ਲਿਪੀ ਹੁੰਦੀ ਕਿ ਮੋਟੇ-ਮੋਟੇ ਅਕਸ਼ਰ ਛਪੇ ਹੁੰਦੇ ਆ, ਉਹਨਾਂ ਨੂੰ ਹੱਥ ਲਾ ਕੇ ਫਿਰ ਉਹਨਾਂ ਨੂੰ ਪਤਾ ਲੱਗਦਾ ਕਿਉਂਕਿ ਉਹਨਾਂ ਨੂੰ ਦਿਖਦਾ ਨਹੀਂ ਹੁੰਦਾ। ਸੋ ਬ੍ਰੇਲ ਲਿਪੀ ਤਾਂ ਹੋ ਨਹੀਂ ਸਕਦੀ। ਇਹ ਕੀ ਹੋਏਗੀ? ਸੰਕੇਤਕ ਭਾਸ਼ਾ। ਸਾਈਨ ਲਰਨਿੰਗ, ਲਿਪ ਰੀਡਿੰਗ ਵੀ ਇਹਦੇ ਵਿੱਚ ਆ ਜਾਂਦੀ ਹੈ। ਲਿਪ ਰੀਡਿੰਗ ਵੀ ਜਿਹਨੂੰ ਸੁਣਦਾ ਨਹੀਂ ਤਾਂ ਉਹ ਲਿਪ ਰੀਡਿੰਗ ਕਰ ਲੈਂਦਾ। ਬਾਕੀ ਸਾਈਨ ਲਰਨਿੰਗ ਦੇ ਥਰੂ ਵੀ ਇਹਨਾਂ ਨੂੰ ਪੜ੍ਹਾਇਆ ਜਾਂਦਾ, ਇੱਦਾਂ ਇੱਦਾਂ ਸਾਈਨ ਕਰਕੇ, ਇਸ਼ਾਰੇ ਕਰਕੇ, ਇਸ਼ਾਰਿਆਂ ਦੇ ਰਾਹੀਂ ਸਮਝਾਇਆ ਜਾਂਦਾ। ਠੀਕ ਹੈ। 20th ਕੋਠਾਰੀ ਕਮਿਸ਼ਨ 'ਤੇ ਵੀ ਤੁਹਾਨੂੰ ਕੁਐਸਚਨ ਪੱਕਾ ਆਏਗਾ। ਕੋਠਾਰੀ ਕਮਿਸ਼ਨ ਨੇ ਕਿੰਨੇ ਭਾਸ਼ਾਈ ਫਾਰਮੂਲੇ ਦਿੱਤੇ? ਦੱਸੋ ਕਿੰਨੇ ਦਿੱਤੇ? 3। ਠੀਕ ਹੈ। ਫੈਕਚੁਅਲ ਕੁਐਸਚਨ ਹੈ। 3 ਦੇਖੋ ਕਿਹੜੀ ਕਿਹੜੀ। ਉਹ ਐਵੇਂ ਕਹਿੰਦੇ ਸੀ ਕਿ ਪਹਿਲੀ ਭਾਸ਼ਾ ਬੱਚੇ ਦੀ ਮਾਤ ਭਾਸ਼ਾ ਹੋਵੇ, ਬੱਚੇ ਨੂੰ ਉਹਦੀ ਜਿਹੜੀ ਮਾਤ ਭਾਸ਼ਾ ਮਦਰ ਟੰਗ ਹੈ ਉਹਦੇ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ। ਸੈਕਿੰਡ ਕਿਹੜੀ? ਆਪਣੀ ਰਾਸ਼ਟਰੀ ਭਾਸ਼ਾ ਹਿੰਦੀ ਨੂੰ ਪੜ੍ਹਾਇਆ ਜਾਣਾ ਚਾਹੀਦਾ। ਥਰਡ ਜਿਹੜੀ ਹੈ ਇੰਟਰਨੈਸ਼ਨਲ ਲੈਂਗੁਏਜ ਇੰਗਲਿਸ਼ ਹੋਣੀ ਚਾਹੀਦੀ। ਪਹਿਲਾਂ ਅਗਰ ਬੱਚਾ ਪੰਜਾਬ ਤੋਂ ਹੈ ਤਾਂ ਪਹਿਲੀ ਭਾਸ਼ਾ ਪੰਜਾਬੀ, ਦੂਜੀ ਭਾਸ਼ਾ ਹਿੰਦੀ, ਤੀਜੀ ਭਾਸ਼ਾ ਇੰਗਲਿਸ਼। ਇਹ ਕੋਠਾਰੀ ਕਮਿਸ਼ਨ ਨੇ 3 ਲੈਂਗੁਏਜ ਫਾਰਮੂਲਾ ਇੰਟਰੋਡਿਊਸ ਕਰਵਾਇਆ ਸੀ ਪੂਰੇ ਇੰਡੀਆ 'ਚ। ਠੀਕ ਹੈ। ਅਗਰ ਕੋਈ ਬੱਚਾ ਤਮਿਲ ਤੋਂ ਹੈ ਤਾਂ ਤਮਿਲ ਪਹਿਲੀ ਭਾਸ਼ਾ ਹੋਏਗੀ, ਕੋਈ ਕਿਸੇ 'ਚੋਂ ਹੈ ਅਗਰ ਕੋਈ ਹਿੰਦੀ ਵਾਲੇ ਰੀਜ਼ਨ ਤੋਂ ਹੈ ਤਾਂ ਪਹਿਲੀ ਭਾਸ਼ਾ ਉਹਦੀ ਹਿੰਦੀ ਹੋਏਗੀ। ਠੀਕ ਹੈ। ਨੈਕਸਟ ਹੈ 21 ਕੁਐਸਚਨ। ਕੋਲਰ ਦਾ ਨਾਂ ਕਿਹੜੇ ਸਿਧਾਂਤ ਨਾਲ ਜੁੜਿਆ? ਤੁਹਾਨੂੰ ਪਤਾ ਕੋਲਰ ਕੀ ਸੀ? ਇੱਕ ਗੈਸਟਾਲਟਵਾਦੀ ਸੀ। ਅਤੇ ਇਹਦੇ ਨਾਲ ਹੋਰ ਵੀ ਸੀ ਕੋਲਰ, ਕੋਫਕਾ ਅਤੇ ਵਰਦੀਮਰ। ਅਤੇ ਇਹ ਕਿਹਦੇ ਨਾਲ ਜੁੜਿਆ ਹੈ? ਗੈਸਟਾਲਟ ਸਿੱਖਣ। ਠੀਕ ਹੈ। ਖੇਤਰ ਸਿਧਾਂਤ ਇਹ ਹੈ ਕਰਟ ਲੈਵਿਨ ਦਾ। ਸਾਈਨ ਲਰਨਿੰਗ ਟੋਲਮੈਨ ਦੀ। ਅਰਥਪੂਰਨ ਸਿੱਖਣਾ ਮੀਨਿੰਗਫੁਲ ਲਰਨਿੰਗ ਜੀਨ ਪਿਆਜੇ, ਲੈਵ ਵਾਈਗੋਟਸਕੀ। ਠੀਕ ਹੈ। ਤਾਂ ਇਹ ਜੋ ਹੈ ਇਹ ਕਰਟ ਲੈਵਿਨ ਨੇ ਦਿੱਤਾ ਸੀ। ਫੀਲਡ ਥਿਊਰੀ ਆਫ ਲਰਨਿੰਗ, ਸਾਈਨ ਲਰਨਿੰਗ ਦਿੱਤੀ ਸੀ ਟੋਲਮੈਨ ਨੇ। ਇਹ ਵੀ ਯਾਦ ਰੱਖੋ। ਠੀਕ ਹੈ। ਸਾਈਨ ਲਰਨਿੰਗ ਟੋਲਮੈਨ। ਦੇਖੋ ਇੰਨੇ ਕੰਸੈਪਟ ਕਲੀਅਰ ਹੋ ਜਾਂਦੇ ਇੱਕ ਕੁਐਸਚਨ ਨਾਲ ਹੀ। ਅਤੇ ਫੀਲਡ ਲਰਨਿੰਗ ਦਿੱਤੀ ਸੀ ਆਪਣੇ ਕਰਟ ਲੈਵਿਨ ਨੇ। ਠੀਕ ਹੈ। ਨੈਕਸਟ ਦੇਖੋ ਆਪਣਾ 22। ਫਿਰ ਆਪਣੇ 3 ਕੁਐਸਚਨ ਰਹਿ ਜਾਣਗੇ। ਮਨੋਵਿਸ਼ਲੇਸ਼ਣ ਵਿਧੀ ਦੇ ਜਨਮਦਾਤਾ। ਮਨੋਵਿਸ਼ਲੇਸ਼ਣ ਸਾਈਕੋਸੈਕਸ਼ੁਅਲ ਥਿਊਰੀ ਕਿਹਨੇ ਦਿੱਤੀ ਸੀ? ਪੈਵਲੋਵ ਨੇ, ਸਕਿਨਰ ਨੇ, ਫਰਾਇਡ ਨੇ, ਹਲ ਨੇ। ਪੈਵਲੋਵ ਤਾਂ ਇੱਕ ਬਿਹੇਵਰਿਸਟ ਸੀ, ਉਹਨਾਂ ਨੇ ਤਾਂ ਕੋਈ ਨਹੀਂ ਦਿੱਤੀ ਸੀ। BF ਸਕਿਨਰ ਨੇ ਰੀਇਨਫੋਰਸਮੈਂਟ ਦਾ ਕੰਸੈਪਟ ਪਲੱਸ ਰਿਸਪੌਂਡ ਸਟਿਮੂਲਸ ਦਾ ਕੰਸੈਪਟ ਦਿੱਤਾ ਸੀ ਕਿ ਪਹਿਲਾਂ ਉਹਨੂੰ ਰਿਸਪੌਂਡ ਕਰਨ ਦਿਓ, ਫਿਰ ਸਟਿਮੂਲਸ ਲੈ ਕੇ ਆਓ। ਪਹਿਲਾਂ ਕੀ ਬੱਚਾ ਕੀ ਕਰਦਾ ਉਸ ਤੋਂ ਬਾਅਦ ਉਹਨੂੰ ਸਟਿਮੂਲਸ ਮਿਲਣਾ ਚਾਹੀਦਾ। ਹਲ ਨੇ ਜੋ ਕੁਛ ਵੀ ਨਹੀਂ ਦੱਸਿਆ ਸੀ। ਸੋ ਇਹ ਸਿਗਮੰਡ ਫਰਾਇਡ। ਠੀਕ ਹੈ। ਸਿਗਮੰਡ ਫਰਾਇਡ ਨੇ ਬੇਸਿਕਲੀ ਕੰਮ ਕੀਤਾ ਇਹਨਾਂ ਚੀਜ਼ਾਂ 'ਤੇ, ਮਨੋਵਿਸ਼ਲੇਸ਼ਣ ਵਿਧੀ 'ਤੇ। ਉਹਨਾਂ ਦੀਆਂ 5 ਸਟੇਜਿਸ ਹੈ। OA ਓਰਲ, ਐਨਲ, L ਓਰਲ ਸਟੇਜ ਹੁੰਦੀ ਹੈ, ਐਨਲ ਸਟੇਜ ਹੁੰਦੀ ਹੈ, OAP ਫੈਲਿਕ ਸਟੇਜ ਹੁੰਦੀ ਹੈ, ਅਤੇ L। ਠੀਕ ਹੈ। ਅਤੇ G ਇਹ ਹੁੰਦੀ ਹੈ
ਉਹ ਓਰਲ ਸਟੇਜ ਜਿਹੜੀ ਕਿ ਜਨਮ ਤੋਂ 2-3 ਸਾਲ ਰਹਿੰਦੀ ਹੈ, ਫਿਰ ਐਨਲ ਸਟੇਜ ਆਉਂਦੀ ਹੈ, ਫਿਰ ਫੈਲਿਕ ਸਟੇਜ ਦੇ ਵਿੱਚ ਹੀ ਬੱਚੇ ਨੂੰ ਫੈਲਿਕ ਸਟੇਜ ਦੇ ਵਿੱਚ ਹੀ ਇਲੈਕਟਰਾ ਤੇ ਓਡੀਪਸ ਕੰਪਲੈਕਸ ਆਉਂਦੇ ਆ ਜੋ 3 ਤੋਂ 6 ਸਾਲ ਦੀ ਉਮਰ ਦੇ ਵਿੱਚ ਹੁੰਦਾ। ਠੀਕ ਹੈ, ਇਹਨਾਂ ਨੇ ਦੱਸਿਆ, ਇਹਨਾਂ ਨੇ ਇਦ, ਈਗੋ ਤੇ ਸੁਪਰ ਈਗੋ ਦੀ ਵੀ ਗੱਲ ਕੀਤੀ ਸੀ, ਆਪਾਂ ਇੱਕ ਦਿਨ ਇਹਨਾਂ ਦੀ ਥਿਊਰੀ ਵੀ ਕਰਾਂਗੇ। 23 ਦੇਖੋ, ਸਿੱਖਿਆ ਦਾ ਕ੍ਰਮ ਜਨਮ ਤੋਂ ਮੌਤ ਤੱਕ ਚੱਲਦਾ, ਮਤਲਬ ਲਰਨਿੰਗ ਜੋ ਹੈ ਜਨਮ ਤੋਂ ਲੈ ਕੇ ਡੈਥ ਤੱਕ ਚੱਲਦੀ ਹੈ। ਜਿਵੇਂ ਆਪਣਾ ਡਿਵੈਲਪਮੈਂਟ ਹੈ ਆਪਣੇ ਵੂੰਬ ਟੂ ਟੂਬ ਚੱਲਦਾ, ਮਤਲਬ ਗਰਭ ਤੋਂ ਲੈ ਕੇ ਕਬਰ ਤੱਕ ਚੱਲਦਾ। ਉਵੇਂ ਸਿੱਖਿਆ ਹੈ ਜਨਮ ਤੋਂ ਲੈ ਕੇ ਜਦੋਂ ਆਪਾਂ ਜਨਮਦੇ ਉਦੋਂ ਹੀ ਆਪਾਂ ਕੁਛ ਨਾ ਕੁਛ ਸਿੱਖ ਰਹੇ ਹਾਂ ਮੌਤ ਤੱਕ। ਠੀਕ ਹੈ, ਸੋ ਇਹ ਕੀ ਅਰਥ ਹੈ? ਵਿਆਪਕ, ਮੱਧਮ, ਸੰਕੁਚਿਤ ਜਾਂ ਕੋਈ ਨਹੀਂ ਤਾਂ ਨਹੀਂ, ਤਾਂ ਇਹ ਕੀ ਹੈ? ਇੱਕ ਇਨਕਲੂਸਿਵ ਵਾਈਡ ਵਿਚਾਰ ਹੈ, ਵਾਈਡ ਥਾਟ ਹੈ ਆਪਣਾ, ਵਿਆਪਕ ਜੋ ਹੈ ਅਰਥ ਹੈ। ਠੀਕ ਹੈ, ਸਿੱਖਿਆ ਦਾ ਸੰਕੁਚਿਤ ਦਾ ਮਤਲਬ ਪੜ੍ਹਨਾ ਲਿਖਣਾ ਹੀ ਹੈ। ਜੋ ਸੰਕੁਚਿਤ ਹੈ ਨਾ ਮੀਨਸ ਨੈਰੋ ਕੰਸੈਪਟ, ਨੈਰੋ ਕੰਸੈਪਟ ਹੈ ਸਿਰਫ ਇੰਨਾ ਕਿ ਬੱਚੇ ਨੂੰ ਪੜ੍ਹਨਾ ਲਿਖਣਾ ਆ ਜਾਵੇ, ਬਸ ਇੰਨਾ। ਠੀਕ ਹੈ, 24 ਕੁਐਸਚਨ ਦੇਖੋ, ਸਿੱਖਿਆ ਮਨੋਵਿਗਿਆਨ ਅਧਿਆਪਕਾਂ ਲਈ ਲਾਭਦਾਇਕ ਹੈ ਕਿਉਂਕਿ ਇਸ ਦੇ ਨਾਲੋਂ ਪ੍ਰੀਖਿਆ ਦੇ ਉੱਤਰ ਦਾ ਅਸਰ ਨਹੀਂ। ਇਹ ਅਧਿਆਪਕ ਨੂੰ ਆਤਮ ਸੰਤੁਸ਼ਟੀ ਨਹੀਂ, ਇਸ ਦੀ ਸਹਾਇਤਾ ਨਾਲ ਉਹ ਆਪਣੀ ਅਧਿਆਪਨ ਕਿਰਿਆ ਨੂੰ ਇਫੈਕਟਿਵ ਬਣਾ ਸਕਦਾ ਹੈ। ਕਿ ਅਗਰ ਟੀਚਰ ਨੂੰ ਐਜੂਕੇਸ਼ਨਲ ਸਾਈਕੋਲੋਜੀ ਦੀ ਨੌਲੇਜ ਹੋਏਗੀ, ਅਗਰ ਉਹਨੂੰ ਬੱਚੇ ਦੀ ਸਾਈਕੋਲੋਜੀ ਪਤਾ ਹੋਏਗੀ ਤਾਂ ਉਹ ਆਪਣੀ ਟੀਚਿੰਗ ਨੂੰ ਵਧੀਆ ਕਰ ਸਕਦਾ ਹੈ। ਅਗਰ ਉਹ ਅੱਛੀ ਤਰ੍ਹਾਂ ਨਾਲ CDP ਕਰਕੇ ਗਿਆ ਤਾਂ ਇਹ ਸਿਰਫ ਪੜ੍ਹਨ ਵਾਲਾ ਸਬਜੈਕਟ ਨਹੀਂ ਹੈ, ਇਹ ਪ੍ਰੈਕਟੀਕਲ ਸਬਜੈਕਟ ਹੈ ਜਿਹਨੂੰ ਤੁਸੀਂ ਆਪਣੀ ਟੀਚਿੰਗ ਦੇ ਵਿੱਚ ਯੂਜ਼ ਕਰਨਾ ਹੈ। ਆਪਾਂ ਆਪਣੀ ਅਗਰ ਆਪਾਂ ETT ਜਾਂ B.Ed ਕੁਛ ਵੀ ਕੋਈ ਵੀ ਟ੍ਰੇਨਿੰਗ ਕੀਤੀ ਹੈ ਤਾਂ ਤੁਹਾਨੂੰ ਪਤਾ ਹੋਏਗਾ ਕਿ ਆਪਣੀ ਜੋ ਟੀਚਰ ਟ੍ਰੇਨਿੰਗ ਦੇ ਵਿੱਚ ਆਪਾਂ ਡੈਮੋ ਦਿੰਦੇ ਹੁੰਦੇ ਹਾਂ ਬੱਚੇ ਨੂੰ ਕਿੱਦਾਂ ਪੜ੍ਹਾਉਣਾ, ਤਾਂ ਉੱਥੇ ਵੀ ਆਪਣੀ CDP ਦੀ ਸਕਿੱਲਸ ਲੱਗਦੀਆਂ। ਠੀਕ ਹੈ, ਸੋ ਇਸ ਦੀ ਵਰਤੋਂ ਨਾਲ ਦੂਜਿਆਂ ਨੂੰ ਪ੍ਰਭਾਵਿਤ, ਇਹਦਾ ਕੋਈ ਲੌਜਿਕ ਨਹੀਂ। ਠੀਕ ਹੈ, ਆਪਣੇ ਲਈ ਅੱਜ ਦਾ ਲਾਸਟ ਕੁਐਸਚਨ, ਬੁੱਧੀ ਅੰਕ IQ ਤੁਹਾਨੂੰ ਇਹ ਕੱਲ੍ਹ ਵੀ ਕਰਵਾਇਆ ਸੀ, ਮੈਂਟਲ ਏਜ अपॉन क्रोनोलॉजिकल एज गुना 100। ठीक है, मानसिक उम्र बटा असली उम्र गुना 100, कलात्मक उम्र भी कह देंगे है। ਇਹਦਾ ਕਿਹਨੇ ਦੱਸਿਆ ਸੀ ਇਹ ਫਾਰਮੂਲਾ? ਸਟਰਨ ਨੇ। ਠੀਕ ਹੈ, ਤੇ ਇਹ ਸੀ ਆਪਣੇ 25 ਕੁਐਸਚਨ। ਹੋਪ ਹੈ ਕਿ ਤੁਹਾਨੂੰ ਵਧੀਆ ਲੱਗੇ ਹੋਣਗੇ। 25 ਚੋਂ ਕਿੰਨੇ ਤੁਹਾਡੇ ਨੰਬਰ ਕੁਐਸਚਨ ਕਿੰਨੇ ਠੀਕ ਹੋਏ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਗਰ ਤੁਹਾਨੂੰ ਵਧੀਆ ਲੱਗੇ। ਨੀਚੇ ਟੈਲੀਗ੍ਰਾਮ ਦਾ ਲਿੰਕ ਹੈ, ਨੋਟਸ PDF ਤੁਹਾਨੂੰ ਉੱਥੇ ਮਿਲ ਹੀ ਜਾਂਦੀਆਂ, ਸੋ ਸਬਸਕ੍ਰਾਈਬ ਕਰ ਦਿਓ ਅਗਰ ਅੱਛਾ ਲੱਗੇ ਤਾਂ। ਥੈਂਕ ਯੂ ਸੋ ਮਚ।